सत श्री अकाल, नमस्कार, आदाब। मैं हाँ बलबीर जंडू, तुहाडा सब दा सज्जन मीडिया चैनल उत्ते स्वागत है। पहली सिख इतिहास कांग्रेस 5, 6, 7 जनवरी ਨੂੰ ਦਿੱਲੀ ਵਿੱਚ ਹੋਈ ਔਰ ਉਸ ਕਾਂਗਰਸ ਦੇ ਵਿੱਚ ਸਿੱਖ ਇਤਿਹਾਸ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਸਿੱਖਾਂ ਦੀ ਜਿਹੜੀ ਭੂਮਿਕਾ ਰਹੀ ਹੈ, ਸਿੱਖਾਂ ਦਾ ਜਿਹੜਾ ਵੱਖ-ਵੱਖ ਖੇਤਰਾਂ 'ਚ ਰੋਲ ਰਿਹਾ, ਉਸ ਨੂੰ ਲੈ ਕੇ ਉੱਥੇ ਜੁੜੇ ਇਤਿਹਾਸਕਾਰਾਂ ਤੇ ਦੂਸਰੇ ਹੋਰ ਵਿਦਵਾਨਾਂ ਨੇ ਉਸ ਉੱਤੇ ਚਰਚਾ ਕੀਤੀ ਔਰ ਉਹ ਚਰਚਾ ਦੇ ਦੌਰਾਨ ਜੋ ਕੁਝ ਉੱਭਰ ਕੇ ਸਾਹਮਣੇ ਆਇਆ, ਉਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਉਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਪ੍ਰੋਫੈਸਰ ਰਾਜ ਕੁਮਾਰ ਹੰਸ, ਜਿਨ੍ਹਾਂ ਨੇ ਬੜੌਦਾ ਯੂਨੀਵਰਸਿਟੀ 'ਚ 35 ਸਾਲ ਇਤਿਹਾਸ ਪੜ੍ਹਾਇਆ ਤੇ ਅੱਜ ਕੱਲ੍ਹ ਉਹ ਪੰਜਾਬ ਵਿੱਚ ਰਹਿ ਰਹੇ ਨੇ ਤੇ ਉਹਨਾਂ ਨੇ ਵੀ ਇਹ ਜਿਹੜੀ ਦਿੱਲੀ ਵਿੱਚ ਪਹਿਲੀ ਸਿੱਖ ਇਤਿਹਾਸ ਕਾਂਗਰਸ ਹੋਈ ਹੈ, ਉਸ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਉਹਨਾਂ ਦੇ ਉੱਥੋਂ ਦੇ ਕੀ ਪ੍ਰਭਾਵ ਨੇ ਤੇ ਉਹਨਾਂ ਨੇ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਿਆ ਤੇ ਉਹ ਇਸ ਬਾਰੇ ਕੀ ਸਾਰੀ ਸਮਝ ਰੱਖਦੇ ਆ, ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ। ਕਿਉਂਕਿ ਇਹ ਪਹਿਲੀ ਸਿੱਖ ਇਤਿਹਾਸ ਕਾਂਗਰਸ ਸੀਗੀ ਔਰ ਇਸ ਕਰਕੇ ਵੀ ਸਾਰੇ ਜਿਹੜੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਇਸ ਵਿੱਚ ਵਿਸ਼ੇਸ਼ ਦਿਲਚਸਪੀ ਵੀ ਸੀ ਤੇ ਵੈਸੇ ਵੀ ਜਿਹੜੇ ਆਮ ਲੋਕਾਂ ਦੀ, ਆਮ ਵਿਦਵਾਨਾਂ ਦੀ ਵੀ ਇਸ ਦੇ ਉੱਤੇ ਨਜ਼ਰ ਸੀ ਕਿ ਇਸ ਵਿੱਚੋਂ ਕੀ ਕੁਝ ਉੱਭਰ ਕੇ ਸਾਹਮਣੇ ਆਉਂਦਾ ਤੇ ਜਿਸ ਤਰ੍ਹਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਭੂਮਿਕਾ ਰਹੀ ਹੈ ਸਿੱਖ ਭਾਈਚਾਰੇ ਦੀ, ਉਸ ਦੇ ਉੱਤੇ ਜਿਸ ਢੰਗ ਨਾਲ ਉੱਥੇ ਚਰਚਾ ਹੋਈ ਹੈ ਉਹ ਉਹਨਾਂ ਤੋਂ ਅਸੀਂ ਜਾਣਾਂਗੇ। ਪ੍ਰੋਫੈਸਰ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਜੀ ਧੰਨਵਾਦ। ਪ੍ਰੋਫੈਸਰ ਤੁਸੀਂ ਉਸ ਜਿਹੜੀ ਪਹਿਲੀ ਸਿੱਖ ਇਤਿਹਾਸ ਕਾਂਗਰਸ ਹੋਈ ਹੈ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਤਾਂ ਉੱਥੇ ਜਿਸ ਢੰਗ ਦੇ ਨਾਲ ਸਾਰੇ ਵਿਚਾਰ ਸਾਹਮਣੇ ਆਏ, ਵੱਖ-ਵੱਖ ਪਰਚੇ ਪੜ੍ਹੇ ਗਏ ਤੇ ਉਹਨਾਂ ਤੋਂ ਤੁਸੀਂ ਕੀ ਮਹਿਸੂਸ ਕੀਤਾ ਹੈ ਕਿ ਸਿੱਖ ਇਤਿਹਾਸ ਦੀ ਸ਼ੁਰੂਆਤ ਕਦੋਂ ਤੋਂ ਮੰਨੀ ਗਈ ਉਹਦੇ ਵਿੱਚ? ਵੇਖੋ ਬਲਬੀਰ ਜੀ, ਪਹਿਲੀ ਗੱਲ ਤਾਂ ਇਹ ਬਹੁਤ ਹੀ ਇੱਕ ਵਧੀਆ ਕਦਮ ਉਠਾਇਆ ਗਿਆ ਕਿ ਸਿੱਖ ਇਤਿਹਾਸ ਬਾਰੇ ਕੋਈ ਰੈਗੂਲਰ ਕਾਂਗਰਸ ਕੀਤੀ ਜਾਵੇ। ਕਾਂਗਰਸ ਕਰਨਾ ਔਰ ਕਿਸੇ ਖਾਸ ਵਿਸ਼ੇ ਤੇ ਕਰਨਾ ਇਹ ਬੜੀ ਵੱਡੀ ਗੱਲ ਹੈ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਇੰਡੀਅਨ ਹਿਸਟਰੀ ਕਾਂਗਰਸ ਪਿਛਲੇ ਕੋਈ 90 ਸਾਲਾਂ ਤੋਂ ਚੱਲ ਰਹੀ ਹੈ, ਆਜ਼ਾਦੀ ਤੋਂ ਪਹਿਲਾਂ ਦੀ ਕਾਇਮ ਹੋਈ ਸੀ ਤੇ ਉਹਦੇ ਵਿੱਚ ਸਿਰਫ ਹਿਸਟੋਰੀਅਨ ਹੀ ਸ਼ਿਰਕਤ ਕਰਦੇ ਨੇ, ਹਾਲਾਂਕਿ ਦੂਸਰੇ ਸਬਜੈਕਟਸ ਦੇ ਕੁਝ ਲੋਕ ਆ ਜਾਂਦੇ ਨੇ, ਲੇਕਿਨ ਜ਼ਿਆਦਾਤਰ ਹਿਸਟੋਰੀਅਨਸ ਦੀ ਉਹ ਕਾਂਗਰਸ ਹੁੰਦੀ ਹੈ ਤੇ ਸਾਲਾਨਾ ਹੁੰਦੀ ਹੈ। ਇਹ ਇੱਕ ਗੱਲ ਚੰਗੀ ਹੋਈ ਕਿ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਰਹਿੰਦੇ ਹੋਏ ਵਿਦਵਾਨਾਂ ਨੇ ਜਾਂ ਉੱਥੋਂ ਦੇ ਪ੍ਰਿੰਸੀਪਲ ਪ੍ਰੋਫੈਸਰ ਜਸਵਿੰਦਰ ਸਿੰਘ ਹੋਰਾਂ ਨੇ ਇਹ ਸੋਚਿਆ ਆਪਣੇ ਆਪ ਵਿੱਚ ਉਹਦੇ ਬਾਰੇ ਕਨਸੈਪਚੁਅਲਾਈਜ਼ ਕਰਨਾ ਕਿ ਸਿੱਖ ਹਿਸਟਰੀ ਬਾਰੇ ਕਾਂਗਰਸ ਹੋਣੀ ਚਾਹੀਦੀ ਆ ਔਰ ਸਾਲਾਨਾ ਹੋਣੀ ਚਾਹੀਦੀ ਆ, ਬਹਿਸ ਮੁਬੈਸਾ ਹੋਣਾ ਚਾਹੀਦਾ, ਵੱਖ-ਵੱਖ ਮਸਲਿਆਂ ਤੇ ਗੱਲਬਾਤ ਹੋਣੀ ਚਾਹੀਦੀ ਆ, ਸਮਝ ਜਿਹੜੀ ਆ ਉਹ ਪੈਦਾ ਕੀਤੀ ਜਾਣੀ ਚਾਹੀਦੀ ਹੈ। ਤੇ ਮੈਂ ਇਸ ਗੱਲ ਦੀ ਸਾਰੇ ਸਿੱਖ ਸਮਾਜ ਨੂੰ ਔਰ ਪੰਜਾਬੀਆਂ ਨੂੰ ਵਧਾਈ ਦਿੰਦਾ ਕਿ ਇਹ ਸ਼ੁਰੂਆਤ ਚੰਗੀ ਹੋਈ ਹੈ। ਇਹ 3 ਰੋਜ਼ਾ ਕਾਨਫਰੰਸ ਸੀਗੀ, 5, 6, 7 ਜਨਵਰੀ ਨੂੰ ਹੋਈ ਹੈ ਔਰ ਚੰਗੇ ਤਰੀਕੇ ਨਾਲ ਇਹਨੂੰ ਪ੍ਰਬੰਧਿਤ ਕੀਤਾ ਗਿਆ ਔਰ ਚੰਗੀਆਂ ਸੰਸਥਾਵਾਂ ਜਿਹੜੀਆਂ ਸਨ ਵੱਡੀਆਂ ਉਹਨਾਂ ਨੇ ਇਹਦੇ ਨਾਲ ਜੁੜ ਕੇ ਕੰਮ ਕੀਤਾ। 3 ਸੰਸਥਾਵਾਂ ਦਾ ਨਾਂ ਉੱਭਰ ਕੇ ਆਉਂਦਾ ਹੈ, ਜਿਹਦੇ ਵਿੱਚ ਇੱਕ ਤਾਂ ਇੰਡੀਅਨ ਹਿਸਟੋਰੀਕਲ ਰਿਸਰਚ ਕਾਉਂਸਲ ਹੈਗੀ ਹੈ, ਜਿਹੜੀ ਦਿੱਲੀ ਦੇ ਵਿੱਚ ਹੀ ਹੈ ਔਰ ਸਰਕਾਰ ਦਾ ਅਦਾਰਾ ਹੈ, ICHR ਇੰਡੀਅਨ ਕਾਉਂਸਲ ਫਾਰ ਹਿਸਟੋਰੀਕਲ ਰਿਸਰਚ, ਔਰ ਫੰਡ ਕਰਦੀ ਹੈ ਕਿ ਹਿਸਟੋਰੀਕਲ ਜਿਹੜੀ ਰਿਸਰਚ ਹੈ
ਇਤਿਹਾਸਿਕ ਖੋਜ ਹੈ ਉਹਨੂੰ ਬਿਲਕੁਲ ਫਾਈਨਾਂਸ ਕੀਤਾ ਜਾਵੇ, ਪ੍ਰਮੋਟ ਕੀਤਾ ਜਾਵੇ। ਉਹ ਇਹਦੇ ਭਾਗੀਦਾਰ ਸਨ, ਇਹਦੇ ਪਿੱਛੇ ਫਾਈਨੈਂਸ਼ੀਅਲ ਸਪੋਰਟ ਸੀਗੀ, ਬਹੁਤ ਚੰਗੀ ਗੱਲ ਹੈ। ਫਿਰ ਇੱਕ ਦੂਸਰਾ ਅਦਾਰਾ ਸਰਕਾਰ ਦਾ ਹੀ ਹੈਗਾ, ਕੇਂਦਰੀ ਸਰਕਾਰ ਦਾ, ਕਿ ਇੰਡੀਅਨ ਉਹ ਜਿਹੜੀ ਇੱਕ ਸੁਸਾਇਟੀ ਹੈ ਮਾਡਰਨ ਆਰਟ ਦੀ, ਉਹ ਵੀ ਜੁੜੇ ਹੋਏ ਸੀ। ਤੀਸਰੀ ਸੰਸਥਾ ਜਿਹੜੀ ਸੀ ਉਹ ਗੁਰਦੁਆਰਾ ਦਿੱਲੀ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦਾ ਸਹਿਯੋਗ ਸੀ। ਤੇ ਇਹ ਤਿੰਨਾਂ ਦੀ ਫਾਈਨੈਂਸ਼ੀਅਲ ਸਪੋਰਟ ਹੋਣ ਕਰਕੇ ਜਾਂ ਹੋਰ ਵੀ ਸਾਧਨ ਹੋਣਗੇ, ਲੇਕਿਨ ਪ੍ਰਬੰਧ ਕਰਨਾ ਵੱਡੀ ਗੱਲ ਸੀ। ਮੈਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਪੂਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਇਸ ਗੱਲ ਦੀਆਂ। ਇਹ ਜ਼ਰੂਰਤ ਹੈਗੀ ਸੀ, ਕੀਤੀ ਜਾਣੀ ਚਾਹੀਦੀ ਸੀ, ਕਿਉਂਕਿ ਸਿੱਖ ਹਿਸਟਰੀ, ਸਿੱਖ ਇਤਿਹਾਸ ਜਾਂ ਸਿੱਖੀ ਆਪਣੇ ਆਪ ਵਿੱਚ ਕੋਈ ਬਹੁਤ ਪੁਰਾਣਾ ਸਿਲਸਿਲਾ ਨਹੀਂ ਹੈ। ਇਟ ਇਜ਼ ਅ ਮਾਡਰਨ ਕਨਸੈਪਟ ਹੈ, ਮਾਡਰਨ ਰਿਲੀਜਨ ਹੈ, ਆਧੁਨਿਕ ਰਿਲੀਜਨ ਹੈ, ਜਿਹਦੀ ਸ਼ੁਰੂਆਤ ਬਾਬੇ ਨਾਨਕ ਦੇ ਨਾਲ ਹੁੰਦੀ ਹੈ। ਔਰ ਜੇ ਉਹ ਉਸ ਤਰ੍ਹਾਂ ਵੇਖਿਆ ਜਾਵੇ ਤਾਂ ਜਿਹੜੇ ਪਹਿਲੇ 30 ਸਾਲ ਨੇ ਗੁਰੂ ਨਾਨਕ ਸਾਹਿਬ ਦੇ, ਉਹ ਤਾਂ ਉਹਦੇ ਬਾਰੇ ਸਾਨੂੰ ਬਹੁਤ ਘੱਟ ਜਾਣਕਾਰੀ ਮਿਲਦੀ, ਉਹ ਵੀ ਸਿਰਫ ਜਨਮ ਸਾਖੀਆਂ ਤੋਂ ਮਿਲਦੀ ਹੈ। ਬਾਕੀ ਜਿਹੜੀ ਇਹਨੂੰ ਸਿੱਖ ਇਤਿਹਾਸ ਦੀ ਗੱਲ ਕਰਨੀ ਹੋਵੇ ਤੇ ਜਦੋਂ ਬਾਬਾ ਨਾਨਕ ਬਹੁਤ ਸਾਰੀਆਂ ਉਦਾਸੀਆਂ ਕਰਕੇ ਆਪਣੇ ਪੈਰ ਇੱਥੇ ਜਮਾ ਲੈਂਦੇ ਨੇ ਕਰਤਾਰਪੁਰ ਸਾਹਿਬ, ਜਿਹੜੇ ਵੇਲੇ ਉਧਰਲੇ ਪੰਜਾਬ ਲਹਿੰਦੇ ਪੰਜਾਬ ਵਿੱਚ ਰਾਵੀ ਦੇ ਕੰਢੇ, ਤੇ ਉਹ ਸ਼ੁਰੂਆਤ ਹੋ ਸਕਦੀ ਹੈ 1520 ਤੋਂ ਲੈ ਕੇ ਹੁਣ ਤੱਕ ਦਾ। ਇਸ ਕਰਕੇ ਆਪਾਂ ਇਹਦੇ ਤੇ ਇੱਕ ਦੋ ਗੱਲਾਂ ਬਹੁਤ ਜ਼ਰੂਰੀ ਨੇ ਸਾਡੇ ਧਿਆਨ ਵਿੱਚ ਰੱਖਣ ਵਾਲੀਆਂ। ਇੱਕ ਤਾਂ ਇਹ ਮਾਡਰਨ ਧਰਮ ਹੈ, ਲਹਿਰ, ਸਿੱਖੀ ਲਹਿਰ, ਜਿਹੜੀ ਸਿੱਖ ਲਹਿਰ ਚੱਲੀ ਏ, ਉਹ ਬਹੁਤ ਪੁਰਾਣੀ ਨਹੀਂ ਹੈ ਕਿ ਸਰੋਤਾਂ ਦੀ ਪਰੇਸ਼ਾਨੀ ਹੋਵੇ, ਲੇਕਿਨ ਸਰੋਤਾਂ ਦੀ ਪਰੇਸ਼ਾਨੀ ਹੈਗੀ ਆ, ਉਹਦੀ ਗੱਲ ਕਰਨੀ ਸਾਨੂੰ ਬਣਦੀ ਹੈ। ਇੱਕ ਵਾਰ-ਵਾਰ ਇਹ ਸਵਾਲ ਕਾਂਗਰਸ ਦੇ ਵਿੱਚ ਚੁੱਕਿਆ ਵੀ ਗਿਆ ਕਿ ਸਿੱਖ ਜਿਹੜੇ ਨੇ ਇਤਿਹਾਸ ਸਿਰਜਦੇ ਤੇ ਹੈਗੇ ਨੇ, ਲੇਕਿਨ ਲਿਖਦੇ ਨਹੀਂ ਆ, ਲਿਖਣ ਦੀ ਇਹਨਾਂ ਦੀ ਆਦਤ ਨਹੀਂ ਆ। ਤੇ ਹੁਣ ਜਿਹੜਾ ਇਤਿਹਾਸ ਹੈ ਉਹ ਤੇ ਲਿਖਣ ਦਾ ਹੀ ਇੱਕ ਕਰਮ ਹੈਗਾ ਨਾ। ਜਦੋਂ ਤੱਕ ਇਤਿਹਾਸ ਲਿਖਿਆ ਨਹੀਂ ਜਾਂਦਾ, ਕਲਮਬੱਧ ਨਹੀਂ ਹੋ ਜਾਂਦਾ, ਅਸੀਂ ਜੋ ਕੁਝ ਵੀ ਬੀਤ ਗਿਆ ਉਹਦੇ ਬਾਰੇ ਜਾਣ ਨਹੀਂ ਸਕਦੇ। ਲੇਕਿਨ ਇਤਿਹਾਸ ਕੌਣ ਲਿਖਦਾ ਹੈ, ਕਿਸ ਤਰੀਕੇ ਦਾ ਲਿਖਿਆ ਜਾਂਦਾ, ਇਹਦੇ ਬਾਰੇ ਬਹੁਤ ਸਾਰੀਆਂ ਗੁੰਝਲਾਂ ਹੈਗੀਆਂ ਨੇ, ਜਿਹਦੇ ਬਾਰੇ ਚਰਚਾ ਵੀ ਹੋਈ ਕਿ ਇਹਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾਵੇ। ਔਰ ਗੱਲ ਇਹ ਹੈ ਕਿ ਸਾਡੇ ਸਰੋਤਾਂ ਦੀ, ਜਿਹੜੀ ਸਿੱਖ ਇਤਿਹਾਸ ਦੇ ਸਰੋਤ ਨੇ, ਉਹਨਾਂ ਦੀ ਵੱਡੀ ਪਰੇਸ਼ਾਨੀਆਂ ਵੀ ਹੈਗੀਆਂ ਨੇ, ਕਿਉਂਕਿ ਭਰੋਸੇਯੋਗਤਾ ਦੀ ਹਾਂਜੀ, ਉਹ ਸਰੋਤਾਂ ਦੀ ਇਹ ਹੁੰਦੀ ਹੈ ਨਾ ਗੱਲ ਕਿ ਕੁਝ ਸ਼ਰਧਾ ਵੱਲੋਂ ਲਿਖੇ ਜਾਂਦੇ ਨੇ। ਮੰਨ ਲਓ ਕਿ ਜਨਮ ਸਾਖੀਆਂ, ਬਾਬੇ ਨਾਨਕ ਨੇ ਆਪਣੀ ਬਾਣੀ ਤਾਂ ਉਹਨਾਂ ਦੀ ਵੈਸ਼ਵਿਕ ਹੈਗੀ ਹੈ, ਹੀ ਵਾਜ਼ ਅ ਕਾਸਮੋਪੋਲੀਟਨ ਥਿੰਕਰ, ਲੇਕਿਨ ਉਹਨਾਂ ਨੇ ਆਪਣੇ ਜੀਵਨ ਬਾਰੇ ਤਾਂ ਕੁਝ ਨਹੀਂ ਲਿਖਿਆ ਨਾ। ਲੇਕਿਨ ਉਹਨਾਂ ਦੀ ਜੀਵਨੀ ਬਾਰੇ ਜੋ ਲਿਖਿਆ ਗਿਆ, ਸਿੱਖਾਂ ਵੱਲੋਂ ਹੀ ਲਿਖਿਆ ਗਿਆ, ਉਹ 50-60 ਸਾਲ ਬਾਅਦ ਵੇਖੋ ਮੈਮਰੀ ਜਿਹੜੀ ਹੈ, ਯਾਦਾਸ਼ਤ ਹੈ, ਕਹਿੰਦੇ ਨੇ ਪੀੜ੍ਹੀ ਦੇ ਦਰ ਪੀੜ੍ਹੀ, ਘਰੋਂ ਘਰ ਜਿਹੜਾ ਯਾਦਾਸ਼ਤਾਂ ਚੱਲਦੀਆਂ ਰਹੀਆਂ ਨੇ, ਉਹਨਾਂ ਦੇ ਆਧਾਰ ਤੇ ਬਹੁਤ ਸਾਰੀਆਂ ਜਿਹੜੀਆਂ ਜਨਮ ਸਾਖੀਆਂ ਲਿਖੀਆਂ ਗਈਆਂ ਨੇ ਤੇ ਬਹੁਤ ਗੱਲਾਂ ਆਈਆਂ ਨੇ। ਉਹਦੇ ਵਿੱਚ ਹੁੰਦਾ ਕੀ ਹੈ ਕਿ ਐਡੀ ਵੱਡੀ ਸ਼ਕਤੀਸ਼ਾਲੀ ਮਿਕਨਾਤੀਸੀ ਇੱਕ ਸ਼ਖਸੀਅਤ ਹੈ, ਉਹਦੇ ਨਾਲ ਬਹੁਤ ਕੁਝ ਜੁੜ ਜਾਂਦਾ ਹੈ। ਸ਼ਰਧਾ ਵੱਲੋਂ ਜਦੋਂ ਕੁਝ ਗੱਲਾਂ ਲਿਖੀਆਂ ਜਾਂਦੀਆਂ ਨੇ, ਇੱਕ ਗੱਲ ਤਾਂ ਸਰੋਤਾਂ ਦੀ ਜਨਰਲ ਹੈਗੀ ਹੈ ਕਿ ਸਾਡੇ ਪੂਰੇ ਭਾਰਤ ਵਿੱਚ ਪੜ੍ਹਨ ਲਿਖਣ ਦਾ ਚਲਣ ਨਹੀਂ ਸੀ ਹੈਗਾ। ਉਹ ਇਸ ਕਰਕੇ ਵੀ ਪਰੇਸ਼ਾਨੀ ਹੈ ਕਿਉਂਕਿ ਜੇ ਮੰਨ ਲਓ ਕਿ ਖੱਤਰੀ ਪਰਿਵਾਰਾਂ ਵਿੱਚੋਂ ਸਾਰੇ ਗੁਰੂ ਆਏ ਨੇ, 10 ਦੇ 10 ਪਾਤਸ਼ਾਹੀਆਂ ਜਿਹੜੀਆਂ ਨੇ ਸਿੱਖ ਆਪਣੇ ਦਲਿਤ ਖੱਤਰੀ ਪਰਿਵਾਰਾਂ ਵਿੱਚੋਂ ਨੇ, ਤੇ ਚੰਗੀ ਗੱਲ ਇਹ ਸੀ ਕਿ ਇਹਨਾਂ ਨੂੰ ਪੜ੍ਹਨ ਲਿਖਣ ਦੀ ਇੱਕ ਕਲਚਰ ਖੁੱਲ ਹੈਗੀ ਸੀ ਅਲੋਂਗ ਵਿਦ ਬ੍ਰਾਹਮਣ, ਕਿਉਂਕਿ ਇਹ ਵਪਾਰ ਵੀ ਕਰਦੇ ਸਨ, ਦੂਸਰਾ ਪ੍ਰਬੰਧ ਵੀ ਸੰਭਾਲਦੇ ਸਨ, ਤੇ ਇਸ ਕਰਕੇ ਪੜ੍ਹਨਾ ਲਿਖਣ ਦਾ ਇਹਨਾਂ ਕੋਲ ਕਸਬ ਹੈਗਾ ਸੀ। ਇੱਕ ਗੱਲ ਮੈਂ ਮੋਟੇ ਜਿਹੇ ਤੌਰ ਤੇ ਕਹਿ ਦੇਵਾਂ ਕਿ ਜੇ ਭਗਤੀ ਲਹਿਰ ਚੱਲੀ ਹੈ ਜਿਹਦੇ ਵਿੱਚ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਗਿਆ, ਪੂਰੇ ਭਾਰਤ ਵਿੱਚ ਹੀ ਚੱਲੀ ਹੈ, ਤੇ ਉਹਦੇ ਵਿੱਚ ਇਹ ਗੁਰੂਆਂ ਦਾ ਜਿਹੜੀ ਸ਼ਿਰਕਤ ਹੈ
ਇਹ ਇੱਕ ਵੱਡੀ ਸਕਸੈਸਫੁਲ ਬੜੀ ਕਾਮਯਾਬ ਲਹਿਰ ਖੜੀ ਹੁੰਦੀ ਹੈ, ਇਤਿਹਾਸ ਇਹਦਾ ਗਵਾਹ ਹੈ। ਤੇ ਇਸ ਕਰਕੇ ਹੋਇਆ ਕਿ ਜਿੰਨੇ ਵੀ ਸਾਡੇ ਚਿੰਤਕ ਨੇ ਭਗਤੀ ਲਹਿਰ ਨਾਲ ਜੁੜੇ ਹੋਏ, ਉਹ ਕਿਰਤੀ ਕਾਮੇ ਸਨ। ਭਾਵੇਂ ਕਬੀਰ ਸਾਹਿਬ ਨੇ, ਨਾਮਦੇਵ ਨੇ, ਆਪਣੇ ਰਵਿਦਾਸ ਜੀ ਨੇ, ਇਹ ਸਾਰੇ ਦੇ ਸਾਰੇ ਛੋਟੀਆਂ ਜਾਤਾਂ ਵਿੱਚੋਂ ਆਉਂਦੇ ਸਨ, ਜਿਨ੍ਹਾਂ ਦੇ ਕੋਲ ਪੜ੍ਹਨ ਲਿਖਣ ਦਾ ਕਸਬ ਨਹੀਂ ਸੀ ਹੈਗਾ, ਜਾਂ ਉਹਨਾਂ ਨੂੰ ਖੁੱਲ੍ਹ ਨਹੀਂ ਸੀ ਹੈਗੀ। ਕਬੀਰ ਸਾਹਿਬ ਤਾਂ ਚਿੱਟੇ ਅਨਪੜ੍ਹ ਨੇ, ਲੇਕਿਨ ਗੁਣੀ ਗਿਆਨੇ ਨੇ, ਬਹੁਤ ਵੱਡੀ ਗੱਲ ਹੈ। ਲੇਕਿਨ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਗੁਰੂਆਂ ਦੇ ਨਾਲ ਵੀ ਜੁੜੀਆਂ ਹੋਈਆਂ, ਕਿਉਂਕਿ ਇਤਿਹਾਸ ਦੀ ਜਿਹੜੀਆਂ ਪਿਰਤਾਂ ਨੇ ਉਹ ਇਤਿਹਾਸਕਾਰ ਹੀ ਚੰਗੀ ਤਰੀਕੇ ਨਾਲ ਸਮਝ ਸਕਦਾ ਹੈ ਕਿ ਸਾਡੇ ਕੋਲ ਸਰੋਤ ਕੀ ਹੈਗੇ ਨੇ। ਮੈਂ ਮੋਟੀ ਜੀ ਇੱਕ ਗੱਲ ਕਰ ਦੇਵਾਂ ਕਿ ਬਾਬਾ ਨਾਨਕ ਦੀ ਜਿਹੜੀ ਜਨਮ ਦੇ ਬਾਰੇ ਵੀ ਅਜੇ ਵੀ ਕੰਟਰੋਵਰਸੀ, ਭਰਮ ਭੁਲੇਖੇ ਹੈਗੇ ਨੇ, ਬਈ ਕੱਤੇ ਕੇ ਵਿਸਾਖ, ਤੇ ਬਹੁਤ ਸਾਰੇ ਸਰੋਤ ਜਿਹੜੇ ਨੇ 18ਵੀਂ ਸਦੀ ਦੇ ਸਿੱਖ ਸਰੋਤ ਜਿਹੜੇ ਨੇ ਉਹ ਕੱਤੇ ਨੂੰ ਨਾ ਮੰਨ ਕੇ ਵਿਸਾਖ ਦੀ ਤੀਜੀ ਨੂੰ ਮੰਨਦੇ ਰਹੇ ਨੇ ਕਿ ਬਾਬੇ ਨਾਨਕ ਦਾ ਜਨਮ ਉਦੋਂ ਹੋਇਆ ਸੀ। ਲੇਕਿਨ 19ਵੀਂ ਸ਼ਤਾਬਦੀ ਤੋਂ ਕੁਝ ਇਹੋ ਜਿਹੀ ਗੱਲ ਚੱਲ ਪਈ ਕਿ ਉਹਨਾਂ ਦਾ ਜਨਮ ਦਿਨ ਕੱਤੇ ਮੰਨ ਲਿਆ ਗਿਆ ਤੇ ਅਸੀਂ ਹੁਣ ਤੱਕ ਮਨਾਈ ਜਾ ਰਹੇ। ਇਹ ਤੇ ਗੱਲ ਹੈਗੀ ਸਰੋਤਾਂ ਦੀ। ਸਰੋਤ ਜਿਹੜੇ ਮੈਂ ਗੱਲ ਕਰ ਰਿਹਾ ਕਿ ਕੁਝ ਜਿਹੜੇ ਸਰੋਤ ਨੇ ਉਹ ਸਾਡੇ ਕੋਲ ਉਹ ਸਿੱਖ ਸਰੋਤ ਨੇ, ਕਿਉਂਕਿ ਇਹ ਪੜ੍ਹਦੇ ਲਿਖਦੇ ਸਨ। ਗੁਰੂਆਂ ਨੇ ਤੇ ਬਾਣੀਆਂ ਲਿਖੀਆਂ, ਇਹਨਾਂ ਨੇ ਇਤਿਹਾਸਕਾਰੀ ਤਾਂ ਕੁਝ ਕੀਤੀ ਨਹੀਂ, ਜਾਂ ਆਪਣੇ ਵੇਲਿਆਂ ਦੇ ਸਮੇਂ ਬਾਰੇ ਵੀ ਕੁਝ ਨਹੀਂ ਦਿੱਤਾ। ਇੱਕ ਪਰਚਾ ਭਾਈ ਗੁਰਦਾਸ ਜੀ ਦੇ ਉੱਤੇ ਵੀ ਹੈਗਾ ਸੀਗਾ, ਉਹਨਾਂ ਨੇ ਚੰਗੀਆਂ ਗੱਲਾਂ ਕੀਤੀਆਂ ਕਿ ਬਹੁਤ ਕੁਝ ਉਹਨਾਂ ਨੇ ਗੁਰੂਆਂ ਦੇ ਬਾਰੇ ਵੀ ਕਿਹਾ, ਉਸ ਸਮੇਂ ਦੇ ਬਾਰੇ ਵੀ ਕਿਹਾ, ਤੇ ਕੁਝ ਸਾਡੇ ਕੋਲੇ ਜਿਹੜੇ ਸੰਕੇਤ ਮਿਲਦੇ ਨੇ ਪੂਰੇ ਸਾਡੀ ਜਿਹੜੀ ਸਿੱਖ ਇਤਿਹਾਸ ਹੈ ਉਹਦੇ ਬਾਰੇ। ਫਿਰ ਜਿਹੜੀ ਪੜ੍ਹਨ ਲਿਖਣ ਦੀ ਜਿਹੜੀ ਪਿਰਤ ਜਿਹੜੀ ਉਹ ਪੈ ਜਾਂਦੀ ਏ, ਗੁਰੂ ਸਾਰੇ ਜਿਹੜੇ ਨੇ ਉਹ ਦਰਵਾਜ਼ੇ ਖੋਲ ਦਿੰਦੇ ਨੇ ਕਿ ਜਿਹੜਾ ਵੀ ਸਿੱਖ ਬਣੇਗਾ ਉਹ ਭਾਵੇਂ ਕੋਈ ਵੀ ਜਾਤ ਵਿੱਚੋਂ ਆਵੇ, ਕਿਸੇ ਵੀ ਵਰਗ ਵਿੱਚੋਂ ਆਵੇ, ਉਹ ਸਾਰਿਆਂ ਨੂੰ ਪੜ੍ਹਨ ਲਿਖਣ ਦੀ ਖੁੱਲ੍ਹ ਹੋਵੇਗੀ। ਇਹਦੇ ਨਾਲ ਦਰਵਾਜ਼ੇ ਜਿਹੜੇ ਖੁੱਲ੍ਹਦੇ ਨੇ, ਬਹੁਤ ਸਾਰੇ ਚਿੰਤਕ ਜਿਹੜੇ ਉਹ ਵੀ ਪੈਦਾ, ਬਹੁਤ ਸਾਰੇ ਤਾਂ ਨਹੀਂ, ਜਿੰਨੇ ਵੀ ਹੁੰਦੇ ਨੇ। ਲੇਕਿਨ ਇਹਦੇ ਕਰਕੇ ਸਾਨੂੰ ਇਹ ਲੱਗਦਾ ਕਿ ਜਦੋਂ ਸਿੱਖ ਵੱਧ ਰਿਹਾ, ਇੱਕ ਕਲਚਰ ਵੱਧ ਰਿਹਾ, ਇਹਦਾ ਵਾਧਾ ਹੋ ਰਿਹਾ, ਇੱਕ ਤਾਂ ਪੋਲੀਟੀਕਲ ਐਸਟੈਬਲਿਸ਼ਮੈਂਟ ਹੁੰਦੀ ਹੈ, ਸਥਾਪਤੀ ਹੈ, ਮੁਗਲ ਰਾਜ ਸੀਗਾ ਉਸ ਵੇਲੇ, ਇਹਨਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ। ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਡੇ ਸਾਹਮਣੇ, ਫਿਰ ਸਿੱਖੀ ਦਾ ਜਿਹੜਾ ਉਹ ਮਿਲਟਰਾਈਜੇਸ਼ਨ ਵੀ ਹੁੰਦੀ ਹੈ, ਅੱਗੇ ਜਾ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਹੈਗੀ ਹੈ। ਇਹ ਸਾਰਾ ਤੁਸੀਂ ਜੋ ਕਹਿ ਰਹੇ ਆ ਬਿਲਕੁਲ ਠੀਕ ਹੈ, ਪਰ ਜਿਹੜੀ ਕਾਂਗਰਸ ਸੀਗੀ ਹੋਈ, ਉਹਦੇ ਵਿੱਚ ਜਿਸ ਢੰਗ ਦੇ ਨਾਲ ਵੰਡ ਕੀਤੀ ਗਈ ਸਬਜੈਕਟਸ ਦੀ, ਜਿਸ ਤਰ੍ਹਾਂ ਕਿ ਪਹਿਲਾ ਜਿਹੜਾ ਦੌਰ ਹੈ ਜਦੋਂ ਗੁਰੂ ਸਾਹਿਬਾਨ ਹੈ, ਗੁਰੂ ਗੋਬਿੰਦ ਸਿੰਘ ਤੱਕ ਇੱਕ ਸਮਾਜਿਕ ਕ੍ਰਾਂਤੀ ਦਾ, ਇੱਕ ਜਿਹੜੇ ਗੁਰੂ ਗੋਬਿੰਦ ਸਿੰਘ ਜਦੋਂ ਲੜਾਈ ਲੜਦੇ ਆ ਤਾਂ ਉਹ ਮੁਗਲਾਂ ਦੇ ਖਿਲਾਫ, ਰਾਜਪੂਤ ਰਾਜਿਆਂ ਦੇ ਖਿਲਾਫ, ਤਾਂ ਉਹ ਸਾਰੇ ਤੋਂ ਬਾਅਦ ਇੱਕ ਦੌਰ ਜਿਹਦੇ ਵਿੱਚ ਟਾਈਟਲ ਦਿੱਤਾ ਗਿਆ ਕਾਂਗਰਸ ਦੇ ਵਿੱਚ ਬਕਾਇਦਾ ਕਿ ਪਾਵਰ, ਸੱਤਾ, ਜਿਹੜੀ ਜਿਹਦਾ ਜ਼ਿਕਰ ਹੈ ਬੰਦਾ ਬਹਾਦਰ ਤੋਂ ਅੱਗੇ, ਫਿਰ ਜਿਸ ਤਰ੍ਹਾਂ ਸਿੱਖ ਮਿਸਲਾਂ ਬਣਦੀਆਂ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ, ਔਰ ਉਸ ਤੋਂ ਬਾਅਦ ਨਾਲ ਉੱਥੇ ਜ਼ਿਕਰ ਕੀਤਾ ਗਿਆ ਸਿੱਖ ਜਿਹੜੀਆਂ ਪ੍ਰਿੰਸਲੀ ਸਟੇਟ ਸੀ। ਤਾਂ ਉਹ ਜਿਹੜੀ ਵੰਡ ਹੈਗੀ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਜਿਹੜੀ ਇੱਕ ਤਾਂ ਪਹਿਲੀ ਵੰਡ ਹੈ ਜਿਹਦੇ ਵਿੱਚ ਸਪਿਰਿਚੁਅਲਿਜ਼ਮ ਦੀ ਗੱਲ ਕੀਤੀ ਗਈ ਹੈ, ਅਧਿਆਤਮ ਜੀਵਨ ਦੀ ਗੱਲ ਕੀਤੀ ਗਈ ਹੈ, ਸਿੱਖ ਜਿਹੜੀਆਂ ਸਿੱਖਿਆਵਾਂ ਹੈਗੀਆਂ ਗੁਰੂਆਂ ਦੀਆਂ ਉਹਦੀ ਗੱਲ ਕੀਤੀ ਗਈ ਹੈ, ਸਿੱਖ ਗੁਰੂਆਂ ਦੀ ਗੱਲ ਕੀਤੀ ਗਈ, ਇਹ ਜਿਹੜੀ ਵੰਡ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਮੇਰੇ ਖਿਆਲ ਹੈ ਕਿ ਪਹਿਲੀ ਕਾਂਗਰਸ ਸੀਗੀ, ਤੇ ਜਿਹੜੀ ਉਹਨਾਂ ਨੇ ਤਰਤੀਬ ਦਿੱਤੀ ਹੈ ਜਾਂ ਵੰਡ ਕੀਤੀ ਹੈ, ਉਹ ਆਪਣੀ ਜਿਹੜੀ ਇਸ ਵੇਲੇ ਤੱਕ ਸਿੱਖ ਇਤਿਹਾਸ ਦੀ ਸਮਝ ਪੈਦਾ ਹੋਈ ਆ, ਜਾਂ ਸਾਡੇ ਕੋਲ ਅੱਗੇ ਕਿਤਾਬਾਂ ਆਈਆਂ ਨੇ, ਜਾਂ ਗਿਆਨ ਹਾਸਲ ਹੋਇਆ, ਉਹਦੇ ਆਧਾਰ ਤੇ ਕੀਤੀ ਹੈ। ਹੁਣ ਮੈਨੂੰ ਵੱਡੀ ਗੱਲ ਲੱਗਦੀ ਸੀ ਕਿ ਕਾਂਗਰਸ ਦੇ ਵਿੱਚ ਕਿ ਸਿੱਖੀ ਦਾ ਬਹੁਤ ਵੱਡਾ ਇੱਕ ਜਜ਼ਬਾ ਜਿਹੜਾ ਹੈ ਨਾ, ਉਹ ਆਰਮੀ ਦੇ ਨਾਲ ਜੁੜਿਆ ਹੋਇਆ, ਆਪਣੀਆਂ ਸ਼ਹਾਦਤਾਂ ਦੇ ਨਾਲ ਜੁੜਿਆ ਹੋਇਆ, ਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਉਹਦੇ ਨਾਲ ਹੋਣੀਆਂ ਬਿਲਕੁਲ ਆਪਣੇ ਆਪ ਹੀ ਮੁਹਾਰੇ ਹੀ ਆ ਜਾਂਦੀਆਂ ਨੇ, ਕਿਉਂਕਿ 18ਵੀਂ ਸਦੀ ਮਾਰ ਧਾੜ ਦੀ, ਅਬਦਾਲੀ ਦੇ ਹਮਲਿਆਂ ਦੀ, ਤੇ
ਮਿਸਲਾਂ ਦੇ ਪੈਦਾ ਹੋਣ ਦੀਆਂ ਗੱਲਾਂ ਨੇ। ਇਹ ਪਾਵਰ ਦਾ ਜਿਹੜਾ ਕੁਐਸਚਨ ਹੈ ਇਹ ਸਿੱਖੀ ਦੇ ਵਿੱਚ ਬਿਲਕੁਲ ਸੈਂਟਰਲ ਹੈਗਾ, ਤੇ ਇਹਦੇ ਕਰਕੇ ਜਿਹੜੀ ਵੰਡ ਕੀਤੀ ਗਈ ਹੈ, ਜਿਸ ਤਰੀਕੇ ਦੇ ਸੈਸ਼ਨ ਬਣਾਏ ਗਏ ਸੀ, ਮੈਨੂੰ ਲੱਗਦਾ ਕਿ ਠੀਕ ਠਾਕ ਹੈ, ਇਹਦੇ ਤੇ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ। ਗੱਲ ਇਹ, ਇੱਕ ਦੂਸਰੀ ਵੱਡੀ ਗੱਲ ਕਾਂਗਰਸ ਦੀ ਇਹ ਸੀ ਕਿ ਹਿਸਟਰੀ ਦੀ ਕਾਂਗਰਸ ਹੁੰਦਿਆਂ ਹੋਇਆਂ ਵੀ ਬਹੁਤ ਸਾਰੇ ਵੱਖ-ਵੱਖ ਜਿਹੜੇ ਵੱਖਰੇ ਡਿਸਪਲਿਨ ਨੇ, ਵਿਭਾਗ ਨੇ, ਜਾਂ ਉਹਨੂੰ ਆਪਾਂ ਵਿਸ਼ੇ ਨੇ, ਉਹਨਾਂ ਤੋਂ ਉਸ ਪੱਖੋਂ ਗੱਲ ਕੀਤੀ ਗਏ ਨੇ। ਪੰਜਾਬੀ ਜਿਹੜੇ ਲਿਟਰੇਚਰ ਵਾਲੇ, ਸਾਹਿਤ ਵਾਲੇ ਨੇ, ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਪੋਲੀਟੀਕਲ ਸਾਇੰਸ ਵਾਲੇ ਨੇ ਜਾਂ ਆਰਮੀ ਵਾਲੇ ਨੇ, ਇਹਨਾਂ ਸਾਰਿਆਂ ਦਾ ਹੀ ਇੱਕ ਵੱਡੀ ਸ਼ਿਰਕਤ ਵੀ ਰਹੀ ਆ। ਦੋ ਵੱਡੀਆਂ ਗੱਲਾਂ ਮੇਰੇ ਸਾਹਮਣੇ ਜਿਹੜੀਆਂ ਹਿਸਟਰੀ ਕਾਂਗਰਸ ਨੂੰ ਲੈ ਕੇ ਆਈਆਂ, ਜਿਨ੍ਹਾਂ ਦਾ ਪਿੜ ਜਿਹੜਾ ਉਹ ਸਗੋਂ ਉਦਘਾਟਨ ਜਿਹੜਾ ਹੋਇਆ ਹੈ ਉਹਦੇ ਵਿੱਚ ਹੀ ਵੱਧ ਜਾਂਦਾ ਹੈ ਕਿ ਜਿਹੜੇ ਡਾਕਟਰ ਤਰਲੋਚਨ ਸਿੰਘ ਨੇ, ਆਪਣੇ ਪਾਰਲੀਮੈਂਟ ਦੇ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ, ਉਹਨਾਂ ਦੀ ਇਹਦੇ ਵਿੱਚ ਕਾਫੀ ਮੇਰੇ ਖਿਆਲ ਸੋਚ ਦਾ, ਉਹ ਇਸ ਹਿਸਟਰੀ ਕਾਂਗਰਸ ਸ਼ੁਰੂਆਤ ਕਰਨ ਦਾ ਉਹਨਾਂ ਦਾ ਵੀ ਵੱਡਾ ਇੱਕ ਹਿੱਸਾ ਰਿਹਾ ਹੈ। ਉਹਨਾਂ ਦੀ, ਉਹ ਪਾਰਲੀਮੈਂਟੇਰੀਅਨ ਨੇ, ਉਹ ਪੋਲੀਟੀਸ਼ੀਅਨ ਨੇ, ਇੱਕ ਐਂਗਲ ਉਹ ਵੀ ਸੀਗਾ। ਲੇਕਿਨ ਵੱਡੇ ਪੈਮਾਨੇ ਤੇ ਜਿਹੜਾ ਮੁੱਖ ਕੀ ਕਹਿੰਦੇ ਨੇ ਕੀ ਨੋਟ ਐਡਰੈਸ ਪੜ੍ਹਿਆ ਗਿਆ, ਉਹ ਪ੍ਰੋਫੈਸਰ ਰਘਵਿੰਦਰ ਤਨਵਰ ਜਿਹੜੇ ਹੈਗੇ ਨੇ ਚੇਅਰਮੈਨ ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ ਦੇ ਸੀ। ਬਹੁਤ ਵਧੀਆ ਉਹਨਾਂ ਦਾ ਇਹ ਕੀ ਨੋਟ ਐਡਰੈਸ ਸੀਗਾ। ਉਹ ਪੰਜਾਬੀ ਵਿੱਚ ਵੀ ਥੋੜਾ ਥੋੜਾ ਬੋਲੇ, ਲੇਕਿਨ ਵੱਡੇ ਵਿਦਵਾਨ ਨੇ। ਚੰਗੀ ਗੱਲ ਹੈ ਕਿ ਇਹ ਉਹਨਾਂ ਨੇ ਸਟ੍ਰੈਸ ਦਿੱਤਾ ਕਿ ਇਹ ਲਗਾਤਾਰ ਹੋਣੀ ਚਾਹੀਦੀ ਹੈ। ਲੇਕਿਨ ਇੱਕ ਵੱਡੀ ਗੱਲ ਸੀ ਕਿ ਜਿਹੜੇ ਸਾਡੇ ਚੀਫ ਗੈਸਟ ਸੀਗੇ ਉਸ ਕਾਂਗਰਸ ਦੇ, ਉਹ ਰਿਟਾਇਰਡ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ, ਜਿਹੜੇ ਅੱਜ ਕੱਲ ਗਵਰਨਰ ਵੀ ਨੇ ਉੱਤਰਾਖੰਡ ਦੇ, ਉਹਨਾਂ ਦਾ ਸੀ ਬੜਾ, ਕਿਉਂਕਿ ਸਪਿਰਿਟਡ ਉਹਨਾਂ ਨੇ ਭਾਸ਼ਣ ਵੀ ਦਿੱਤਾ ਔਰ ਸਟ੍ਰੈਸ ਦਿੱਤਾ ਕਿ ਸਿੱਖ ਹਿਸਟਰੀ ਨੂੰ ਜੇ ਸਮਝਣਾ ਤੇ ਜਿਹੜਾ ਇਹਨਾਂ ਦੀ ਕਾਬਲੀਅਤ ਹੈ ਆਰਮੀ ਵਾਲੀ, ਲੜਨ ਦੀ, ਯੋਧਿਆਂ ਦੀ ਗੱਲ ਹੈ, ਉਹਦੇ ਤੋਂ ਬਗੈਰ ਨਹੀਂ ਗੱਲ ਹੋ ਸਕਦੀ। ਚਲੋ ਇਹ ਗੱਲਾਂ ਤਾਂ ਹੋਈਆਂ। ਉਸ ਵੇਲੇ ਦੇ ਜਿਹੜੇ ਇੱਥੋਂ ਦੇ ਅੱਜ ਦੇ ਵਾਈਸ ਚਾਂਸਲਰ ਨੇ ਪ੍ਰੋਫੈਸਰ ਯੋਗੇਸ਼ ਸਿੰਘ, ਉਹ ਵੀ ਹਾਜ਼ਰ ਸਨ। ਉਹ ਪਹਿਲੀ ਵਾਰੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੀ ਉਹਨਾਂ ਦੀ ਸ਼ਿਰਕਤ ਸੀਗੀ। ਇਨਸੀਡੈਂਟਲੀ ਉਹ ਮੇਰੇ ਬੜੌਦਾ ਵਿੱਚ ਵੀ ਵਾਈਸ ਚਾਂਸਲਰ ਰਹੇ ਨੇ। ਤੇ ਇਹ ਚੰਗਾ, ਇੱਕ ਸ਼ੁਰੂਆਤ ਬਹੁਤ ਵਧੀਆ ਸੀਗੀ। ਔਰ ਵੱਖ-ਵੱਖ ਸਬਜੈਕਟਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਵੰਡ ਠੀਕ ਹੈਗੀ ਹੈ, ਕਿਉਂਕਿ ਪਹਿਲੀ ਗੱਲ ਤਾਂ ਇਹ ਅਕੀਦੇ ਵਾਲੀ ਹੈ ਕਿ ਇੱਕ ਧਾਰਮਿਕ ਜਥੇਬੰਦੀ ਜਿਹੜੀ ਹੋ ਨਿਬੜੀ ਨਾ, ਸਿੱਖ ਲਹਿਰ ਜਿਹੜੀ ਸੀ, ਉਹ ਉਨੀ ਪ੍ਰਫੁੱਲਤ ਦੂਸਰੀਆਂ ਧਾਰਾਵਾਂ ਜਿਹੜੀਆਂ ਨਹੀਂ ਹੋਈਆਂ, ਲੇਕਿਨ ਇਹ ਧਰਮ ਦੇ ਵਿੱਚ ਤਬਦੀਲ ਹੋ ਗਈ। ਜੇ ਧਰਮ ਦੇ ਵਿੱਚ ਤਬਦੀਲ ਹੋ ਗਈ ਤੇ ਸੱਤਾ ਵੱਲ ਨੂੰ ਵੀ ਪੈਰ ਵਧੇ, ਕਿਉਂਕਿ ਜੂਝਦਿਆਂ ਹੋਇਆਂ ਮਿਸਲਾਂ ਵੀ ਵੱਜੀਆਂ ਤੇ ਫਿਰ ਰਣਜੀਤ ਸਿੰਘ ਦਾ ਰਾਜ ਵੀ ਵੱਜਿਆ। ਫਿਰ ਇਹ ਜਿਹੜੀਆਂ ਲੜਾਈਆਂ ਨੇ, ਔਰ ਜਿਹੜਾ ਯੋਧਾ ਗਿਰੀ ਹੈਗੀ ਹੈ, ਸਾਡੀ ਵਾਰੀਅਰ ਟ੍ਰੈਡੀਸ਼ਨ ਆ, ਇਹ ਬੜੀ ਇੰਪੋਰਟੈਂਟ ਹੈ ਪੰਜਾਬੀਆਂ ਵਾਸਤੇ ਜਨਰਲੀ ਔਰ ਸਿੱਖਾਂ ਵਾਸਤੇ ਖਾਸ ਕਰਕੇ। ਤੇ ਇਸ ਕਰਕੇ ਇਹਦਾ ਤਾਂ ਹੋਣਾ ਜ਼ਰੂਰੀ ਹੈ। ਲੇਕਿਨ ਆਪਾਂ ਗੱਲ ਜੇ ਕਰੀਏ ਤੇ ਗੁਰੂਆਂ ਦੀ, ਉਹ ਤੇ ਚਿੰਤਨ ਮੰਥਨ ਤੋਂ ਸ਼ੁਰੂ ਹੋਈ ਸੀ, ਸੋਚ ਤੋਂ ਹੋਈ ਸੀ। ਉਹਨਾਂ ਗੱਲ ਵਿਵੇਕ ਦੀ ਕੀਤੀ ਸੀ, ਬੁੱਧੀ ਦੀ ਕੀਤੀ ਸੀ। ਤੇ ਮੈਨੂੰ ਲੱਗਦਾ ਕਿ ਪਿਛਲੇ 200 ਸਾਲ ਦੀ ਜਾਂ 150 ਸਾਲ ਤੋਂ ਉਸ ਗੱਲ ਤੋਂ ਥੋੜਾ ਜਿਹਾ ਇੱਕ ਵਿੱਥ ਪਈ ਹੋਈ ਆ। ਤੇ ਅਸੀਂ ਸਾਰਾ ਜਿਹੜਾ ਸਿੱਖ ਜਿਹੜਾ ਇਤਿਹਾਸ ਹੈ ਉਹਨੂੰ ਲਾ ਦਿੰਦੇ ਆ ਉਹਦੇ ਤੇ ਜ਼ੋਰ ਕਿ ਇਹ ਯੋਧਿਆਂ ਦਾ ਇਤਿਹਾਸ ਹੈ, ਇਹ ਲੜਨ ਦਾ ਇਤਿਹਾਸ ਹੈ। ਗੱਲ ਇਹੋ ਜਿਹੀ ਨਹੀਂ ਕੋਈ ਵੀ, ਕਿਉਂਕਿ ਇਹ ਸਾਰੀਆਂ ਪੈਰਲਲ ਗੱਲਾਂ ਚੱਲਦੀਆਂ ਨੇ। ਬਹੁਤ ਸਾਰੇ ਸਾਡੇ ਵਿੱਚ ਕੁਰੀਤੀਆਂ ਵੀ ਆਈਆਂ ਨੇ। ਹੁਣ ਜਾਤ ਪਾਤ ਦੇ ਮਸਲੇ ਸੀ, ਉਹ ਵੀ ਉੱਥੇ ਚੁੱਕੇ ਗਏ ਕਿ ਸਿੱਖ ਧਰਮ ਦੀ ਜਿਹੜੀ ਬੁਨਿਆਦ ਆ, ਉਹ ਤਾਂ ਬੁਨਿਆਦੀ ਤੌਰ ਤੇ ਇਹ ਜਿਹੜੀ ਸਾਡੀ ਬਾਹਮਣਵਾਦੀ ਸੋਚ ਹੈ, ਊਚ ਨੀਚ ਦੀ, ਵਰਣ ਵੰਡ ਦੀ, ਜਾਤ ਪਾਤ ਦੀ, ਉਹਦੇ ਖਿਲਾਫ ਵੱਡੀ ਜੰਗ ਸੀਗੀ। ਲੇਕਿਨ ਉਹ ਪਿੱਛੇ ਕਿਵੇਂ ਰਹਿ ਗਈ? ਉਹ ਜਿਹੜੀ ਇੱਕ ਚਿੰਤਨ ਮੰਥਨ ਦੀ ਔਰ ਜਿਹੜੀ ਸਹਿਜਤਾ ਦੀ ਨਹੀਂ, ਗੱਲ ਹੈ, ਹੁਣ ਤਾਂ ਸਿਰਫ ਹਥਿਆਰਬੰਦ ਜਿਹੜੀ ਲੜਾਈ ਦੀ ਗੱਲ ਜ਼ਿਆਦਾ ਹੁੰਦੀ ਹੈ, ਸੰਘਰਸ਼ ਦੀ ਗੱਲ ਜ਼ਿਆਦਾ ਹੁੰਦੀ ਹੈ। ਹਾਂਜੀ, ਨਹੀਂ, ਇੱਕ ਦੂਸਰੀ ਵੀ ਗੱਲ ਹੈ ਕਿ ਪ੍ਰਭੂ ਸੱਤਾ ਦੀ ਵੀ ਗੱਲ ਹੈ ਕਿ ਸਿੱਖਾਂ ਦੇ ਵਿੱਚ ਇਹ ਹੈ ਕਿ ਸਾਡਾ ਆਪਣਾ ਜਿਹੜਾ ਇਹ ਰਾਜ ਹੋਣਾ ਚਾਹੀਦਾ। ਇਹ ਠੀਕ ਹੈ, ਕਿਉਂਕਿ ਜਦੋਂ
ਗੁਰੂਆਂ ਨੇ ਆਪਣਾ ਇਹ ਵਿਚਾਰ ਸਾਹਮਣੇ ਰੱਖੇ ਨੇ, ਮੰਜੀਆਂ ਵੱਜੀਆਂ ਨੇ, ਇੱਕ ਵੱਡਾ ਲੈਵਲ ਤੇ ਆਰਗੇਨਾਈਜ਼ਡ ਰਿਲੀਜਨ ਖੜਾ ਹੁੰਦਾ ਹੈ, ਤੇ ਉਹਦੇ ਨਾਲ ਇਹ ਕਹਿੰਦੇ ਨੇ ਕਿ ਭਾਈ ਬਾਦਸ਼ਾਹੀਆਂ ਤਾਂ ਹੋਣਗੀਆਂ, ਪੋਲੀਟੀਕਲ ਪਾਵਰ ਇੱਕ ਪਾਸੇ ਰਹੀ, ਲੇਕਿਨ ਸੱਚੀ ਪਾਤਸ਼ਾਹੀ ਜਿਹੜੀ ਹੈ ਨਾ ਉਹ ਲੋਕਾਂ ਦੇ ਵਿੱਚ ਹੈ, ਤੇ ਉਹ ਗੁਰੂਆਂ ਦੀ ਹੈ, ਤੁਹਾਡੇ ਵਿੱਚ ਪ੍ਰਭੂ ਸੱਤਾ ਹੈਗੀ ਹੈ। ਲੇਕਿਨ ਉਹ ਉਸ ਪ੍ਰਭੂ ਸੱਤਾ ਦੇ ਉੱਤੇ ਅੰਕੁਸ਼ ਵੀ ਲੱਗਦਾ ਹੈ। ਇੱਕ ਪ੍ਰਭੂ ਸੱਤਾ ਦਾ ਇੱਕ ਕਨਸੈਪਟ ਹੋਣਾ ਸਿੱਖਾਂ ਦੇ ਵਿੱਚ ਵੱਡੀ ਗੱਲ ਹੈ, ਕਿ ਇਹ ਤੁਹਾਨੂੰ ਤਾਕਤ, ਇੱਕ ਊਰਜਾ ਪ੍ਰਦਾਨ ਕਰਦਾ ਹੈ। ਲੇਕਿਨ ਇਹ ਊਰਜਾ ਜਿਹੜੀ ਆ ਉਹ ਤੁਹਾਡੇ ਇੰਡੀਵਿਜੂਅਲ ਲੈਵਲ ਤੇ ਤਾਂ ਮੰਨ ਲਓ ਬਹੁਤ ਸਾਰੇ ਸੰਤਾਪ ਵੀ ਝੱਲੇ ਨੇ ਸਿੱਖ ਇਤਿਹਾਸ ਵਿੱਚ, ਔਰ ਕੱਟ ਵੱਢ ਵੀ ਹੋਈ ਹੈ, ਘੱਲੂਘਾਰੇ ਵੀ ਹੋਏ ਨੇ, ਬਹੁਤ ਕੁਝ ਹੋਇਆ, 84 ਵੀ ਹੋਇਆ ਹੈ। ਲੇਕਿਨ ਇੰਡੀਵਿਜੂਅਲ ਲੈਵਲ ਤੇ ਤਾਂ ਤੁਹਾਡੀ ਪ੍ਰਭੂ ਸੱਤਾ ਜੀ ਰਹਿੰਦੀ, ਸਪਿਰਿਟ ਰਹਿੰਦੀ ਹੈ, ਲੇਕਿਨ ਕਲੈਕਟਿਵ ਲੈਵਲ ਤੇ ਉਹ ਪ੍ਰਭੂ ਸੱਤਾ ਜਿਹੜੀ ਹੈ ਨਾ ਸਿੱਖਾਂ ਦੀ, ਉਹ ਰਣਜੀਤ ਸਿੰਘ ਦੇ ਵੇਲੇ ਹੀ ਖਤਮ ਹੋ ਗਈ ਸੀ। ਉਹਦੇ ਤੋਂ ਬਾਅਦ ਤੁਹਾਨੂੰ ਫਿਰ ਦੂਸਰੀਆਂ ਤਾਕਤਾਂ ਦੇ ਨਾਲ ਮਿਲ ਕੇ ਹੀ ਚੱਲਣਾ ਪੈਂਦਾ। ਇੱਥੋਂ ਤੱਕ ਕਿ ਗੁਰਦੁਆਰਾ ਐਕਟ ਜਿਹੜਾ ਹੈ 1925 ਵਿੱਚ ਬਣਿਆ, ਤੇ ਉਹ ਅੰਗਰੇਜ਼ਾਂ ਦੀ ਹਕੂਮਤ ਦੇ ਵੇਲੇ ਬਣਿਆ, ਤੇ SGPC ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਕੇਂਦਰੀ ਸਰਕਾਰ ਦੀ ਮਨਜ਼ੂਰੀ ਤੋਂ ਇਜਾਜ਼ਤ ਬਗੈਰ ਨਹੀਂ ਹੋ ਸਕਦੀਆਂ। ਅੱਜ ਕਈ ਸਾਲ ਹੋ ਗਏ ਨੇ SGPC ਦੀਆਂ ਇਲੈਕਸ਼ਨਾਂ ਨਹੀਂ ਹੋਈਆਂ, ਤੇ ਅੱਜ ਵੀ ਕੇਂਦਰ ਸਰਕਾਰ ਕਹੇਗੀ ਉਦੋਂ ਹੀ ਹੋਣਗੀਆਂ। ਇਹ ਜਿਹੜੀ ਇੱਕ ਪ੍ਰਭੂ ਸੱਤਾ ਦਾ ਕਨਸੈਪਟ ਸੀ, ਇਹਦੇ ਤੇ ਵੀ ਥੋੜੀ ਬਹੁਤ ਗੱਲਬਾਤ ਹੋਈ ਕਿ ਇਹ ਕਿਵੇਂ ਪਿੱਛੇ ਰਹਿ ਗਈ। ਔਰ ਕਿਉਂਕਿ ਜਾਤ ਪਾਤ ਦਾ ਮਸਲਾ ਸੀ, ਇਹ ਤੁਸੀਂ ਗੁਰਦੁਆਰਿਆਂ ਦੇ ਵਿੱਚ, ਦਰਬਾਰ ਸਾਹਿਬ ਵਿੱਚ ਰੋਕਾਂ ਲੱਗ ਜਾਣੀਆਂ, ਉਹਦੀ ਵੀ ਗੱਲ ਚੱਲੀ ਕਿ ਇਹ ਮਾੜੀਆਂ ਗੱਲਾਂ ਸੀ, ਕਿ ਪੂਰੀ ਸਿੱਖੀ ਦਾ ਬਾਹਮਣੀਕਰਨ ਹੋ ਗਿਆ 19ਵੀਂ ਸਦੀ ਦੇ ਵਿੱਚ। ਇੱਥੋਂ ਤੱਕ ਕਿ ਜਿਹੜੇ ਸੰਪੂਰਨ ਆਪਣੇ ਅੰਮ੍ਰਿਤਧਾਰੀ ਸਿੱਖ ਸਨ, ਖਾਸ ਕਰਕੇ ਦਲਿਤ ਸਿੱਖ ਸਨ, ਉਹਨਾਂ ਨੂੰ ਅੰਦਰ ਇਜਾਜ਼ਤ ਵੀ ਨਹੀਂ ਸੀ ਕਿ ਅੰਦਰ ਆਪਣਾ ਪ੍ਰਸ਼ਾਦ ਵੀ ਚੜਾ ਦਿੰਦੇ। 1920 ਵਿੱਚ ਉਹਨਾਂ ਨੂੰ ਦੇਗ ਖੜਨੀ ਪਈ। ਉਹਦੇ ਤੋਂ ਅੱਗੇ SGPC ਵੱਜਦੀ ਹੈ, ਅਕਾਲੀ ਪਾਰਟੀ ਵੱਜਦੀ ਹੈ। ਇਹ ਗੱਲਾਂ ਵੀ ਹੋਈਆਂ ਜਿਹੜੀਆਂ ਪਹਿਲਾਂ ਨਹੀਂ ਸੀ ਹੁੰਦੀਆਂ। ਇਹ ਮੈਂ ਕਹਿੰਦਾ ਕਿ ਸ਼ੁਰੂਆਤ ਚੰਗੀ ਹੈਗੀ, ਇਹਦੇ ਨਾਲ ਬਹੁਤ ਸਾਰੇ ਜਿਹੜੀਆਂ ਖਿੜਕੀਆਂ ਬੰਦ ਪਈਆਂ ਸੀ ਸਿੱਖ ਇਤਿਹਾਸ ਦੀਆਂ, ਉਹ ਖੁੱਲੀਆਂ ਨੇ ਤੇ ਖੁੱਲਣਗੀਆਂ। ਕਿਉਂਕਿ ਹੁਣ ਤੁਹਾਡਾ ਜਿਹੜਾ ਇਤਿਹਾਸਾਂ ਦੇ ਸਰੋਤਾਂ ਤੇ ਕੋਈ ਕੰਟਰੋਲ ਨਹੀਂ ਹੁੰਦਾ ਨਾ, ਤੁਸੀਂ ਸ਼ਰਧਾ ਪੂਰਵਕ ਇਤਿਹਾਸ ਲਿਖਦੇ ਰਹੋ, ਕਦੀ ਨਾ ਕਦੀ ਜਿਹੜੇ ਸਰੋਤ ਨੇ ਉਹਨਾਂ ਨੂੰ ਫਰੋਲਣ ਵਾਲੇ ਨਵੇਂ ਵੀ ਪੈਦਾ ਹੋਣਗੇ, ਉਹਨਾਂ ਨੇ ਨਵੇਂ ਸਵਾਲ ਖੜੇ ਕਰਨੇ ਹੁੰਦੇ ਨੇ, ਸਰੋਤਾਂ ਨੇ ਦੇ ਵਿੱਚ ਉਹਨਾਂ ਦੇ ਜਵਾਬ ਵੀ ਪਏ ਹੁੰਦੇ ਨੇ, ਉਹ ਨਵੇਂ ਸਵਾਲ ਜਿਹੜੇ ਹੁਣ ਉਹ ਚੁੱਕੇ ਗਏ ਨੇ। ਮੰਨ ਲਓ ਬਹੁਤ ਸਾਰੀਆਂ ਸੰਸਥਾਵਾਂ ਦੀਆਂ ਗੱਲਾਂ ਕੀਤੀਆਂ ਗਈਆਂ, ਨਿਰਮਲਿਆਂ ਤੇ ਉਦਾਸੀਆਂ ਬਾਰੇ ਵੀ ਗੱਲਾਂ ਹੋਈਆਂ, ਕੋਈ ਕੁਐਸਚਨਿੰਗ ਵੀ ਹੋਈ ਕਿ ਬਈ ਜੇ ਉਹਨਾਂ ਦੇ ਪੋਜ਼ਿਟਿਵ ਆਸਪੈਕਟਸ ਹੈਗੇ ਨੇ ਤੇ ਬਹੁਤ ਸਾਰੇ ਨੈਗੇਟਿਵ ਆਸਪੈਕਟ ਵੀ ਹੈਗੇ ਨੇ। ਤੇ ਸਾਨੂੰ ਕਿਉਂਕਿ ਪੂਰਾ ਸਟ੍ਰੈਸ ਗੁਰੂਆਂ ਦਾ ਵਿਵੇਕ ਤੇ ਹੈ, ਬੁੱਧੀ ਤੇ ਹੈ, ਜੇ ਆਪਾਂ ਰੈਸ਼ਨੈਲਿਟੀ ਔਰ ਆਪਣਾ ਵਿਵੇਕ ਇਸਤੇਮਾਲ ਕਰੀਏ ਤਾਂ ਸਾਨੂੰ ਉਹ ਸਾਰਾ ਇਹ ਕ੍ਰਿਟੀਕਲੀ ਵੇਖਣ ਦੀ ਲੋੜ ਹੈ। ਸਿੱਖ ਕੋਈ ਵੀ ਇਤਿਹਾਸ ਜਿਹੜਾ ਉਹ ਅਗਰ ਕ੍ਰਿਟੀਕਲ ਗੇਜ ਨਹੀਂ ਹੈਗੀ ਤਾਂ ਉਹ ਇਤਿਹਾਸ ਨਹੀਂ ਰਹਿੰਦਾ। ਉਹ ਇੱਕ ਤਰੀਕੇ ਦਾ ਸ਼ਰਧਾ ਪੂਰਵਕ ਆਪਾਂ ਮੱਥੇ ਟੇਕਦੇ ਜਾਈਏ, ਜਾਂ ਗਪੌੜੇ ਜਿਹੜੇ ਨੇ ਚੱਲੇ ਆਉਂਦੇ ਨੇ ਉਹਨਾਂ ਨੂੰ ਮੰਨੇ ਜਾਈਏ। ਇਤਿਹਾਸ ਦਾ ਕੰਮ ਆ ਸੱਚ ਨੂੰ ਗੱਪਾਂ ਨਾਲੋਂ ਵੱਖ ਕਰਕੇ ਵੇਖਣਾ। ਉਹ ਮੈਂ ਉਸ ਲੈਵਲ ਦੇ ਮੈਂ ਗੱਲ ਕਹਿਣਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸ਼ੁਰੂਆਤ ਇਸ ਪੱਖ ਤੋਂ ਇਹ ਜਿਹੜੀ ਕਾਂਗਰਸ ਸੀ ਕਿੰਨੀ ਕੁ ਸਫਲ ਰਹੀ? ਮੈਂ ਦੇਖੋ, ਸਫਲਤਾ ਦੇ ਸਾਡੇ ਪੈਮਾਨੇ ਵੱਖ-ਵੱਖ ਹੋ ਸਕਦੇ ਨੇ। ਨਹੀਂ ਕੋਈ ਦਿਸ਼ਾ ਤਾਂ ਬਣਦੀ ਹੈ ਨਾ ਜੀ। ਇੱਕ ਆਪਾਂ ਕਾਂਗਰਸ ਹੋਈ, ਉਹਦੇ ਚ ਇੱਕ ਨਹੀਂ, ਗੱਲ ਦਿਸ਼ਾ ਇਹ ਤਾਂ ਹੁੰਦੀ ਹੈ ਨਿਕਲ ਕਿ ਕੇ ਹੁਣ ਆਉਂਦੀ ਹੈ ਜਿਹੜੇ ਨਾ ਕਿ ਪ੍ਰਬੰਧਕ ਨੇ, ਹਾਂਜੀ, ਜਿਨ੍ਹਾਂ ਨੇ ਇਹ ਕੀਤਾ ਉਹਨਾਂ ਦਾ ਪੈਮਾਨਾ ਵੱਖ ਹੋ ਸਕਦਾ, ਜਿਹੜੇ ਦੂਸਰੇ ਨੇ ਉਹਨਾਂ ਦਾ ਵੱਖ ਹੋ ਸਕਦਾ, ਨਹੀਂ ਮੇਰਾ ਉਹ ਵੱਖ ਹੋ ਸਕਦਾ। ਤੁਹਾਡੀ ਕੀ ਸੋਚ ਹੈ, ਤੁਹਾਡੀ ਕੀ ਸਮਝ ਨਹੀਂ, ਬਣੀ? ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਰਿਹਾ। ਆਪਾਂ ਪਰਸੈਂਟੇਜ ਦੇ ਵਿੱਚ ਨਾ ਵੀ ਜਾਈਏ, ਮੰਨ ਲਓ ਜੇ ਜਾਣਾ ਵੀ ਪੈਂਦਾ, ਮੈਂ ਕਹਿੰਦਾ ਕਿ ਇਹ ਪਹਿਲੀ ਕਾਂਗਰਸ ਸੀਗੀ। ਬਹੁਤ ਕੁਝ ਇਹਦੇ ਤੋਂ ਸਿੱਖਣਾ, ਜਿਨ੍ਹਾਂ ਪ੍ਰਬੰਧਕਾਂ ਨੇ ਇਹ ਕੀਤਾ ਵੀ ਹੈ ਕਿ ਇਹਨਾਂ ਦੇ ਵਿੱਚ ਕੀ ਊਣਤਾਈਆਂ ਰਹਿ ਗਈਆਂ, ਕਿਸ ਤਰ੍ਹਾਂ ਵਧੀਆ ਕੀਤਾ ਜਾ ਸਕਦਾ। ਲੇਕਿਨ ਸਫਲਤਾ ਦੇ ਲੈਵਲ ਤੇ ਮੈਂ ਕਹੂੰਗਾ ਕਿ ਇਹਨੂੰ 40% ਤੱਕ ਕਿਹਾ ਜਾ ਸਕਦਾ ਕਿ ਇਹ ਸਫਲ ਹੈਗੀ ਸੀਗੀ। ਔਰ ਕੀ ਹੈ ਕਿ ਵੱਖ-ਵੱਖ ਡਿਸਪਲਿਨਾਂ ਤੋਂ ਆ ਕੇ ਲੋਕਾਂ ਨੇ ਗੱਲਬਾਤ ਕੀਤੀ, ਸਾਂਝੀ ਕੀਤੀ। ਆਮ ਤੌਰ ਤੇ ਪ੍ਰੋਫੈਸਰ ਅਸੀਂ ਦੇਖਿਆ ਕਿ ਜਿਹੜੀਆਂ ਇਤਿਹਾਸ ਦੀਆਂ ਕਾਂਗਰਸ ਹੁੰਦੀਆਂ, ਉਹਨਾਂ ਵਿੱਚ ਜਿਹੜੇ ਇਤਿਹਾਸਕਾਰ ਹੈ ਉਹੀ ਜ਼ਿਆਦਾ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ, ਦੂਸਰੇ ਵਿਦਵਾਨਾਂ ਦੀ ਘੱਟ ਹੁੰਦੀ ਹੈ। ਪਰ ਇਹਦੇ ਚ ਅਸੀਂ ਦੇਖਿਆ ਕਿ ਦੂਸਰੇ ਵੱਖ-ਵੱਖ ਆਰਟ ਦੇ ਖੇਤਰ ਚੋਂ, ਲਿਟਰੇਚਰ ਦੇ ਖੇਤਰ ਚੋਂ, ਔਰ ਹੋਰ ਜਿਹੜੇ ਜਿਵੇਂ ਆਰਮੀ ਦੇ ਖੇਤਰ ਚੋਂ
ਇਸ ਤਰ੍ਹਾਂ ਵੱਖ-ਵੱਖ ਸੈਕਸ਼ਨ ਜਿਹੜੇ ਸੀਗੇ ਉਹਨਾਂ ਦੀ ਸ਼ਮੂਲੀਅਤ ਸੀ, ਤਾਂ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਕਿਉਂਕਿ ਤੁਸੀਂ ਅੱਗੇ ਪਹਿਲਾਂ ਵੀ ਇਤਿਹਾਸ ਦੀਆਂ ਜਿਹੜੀਆਂ ਕਾਂਗਰਸ ਹੈ ਉਹ ਉਹਨਾਂ ਦੀ ਸ਼ਮੂਲੀਅਤ ਕੀਤੀ ਹੋਏਗੀ, ਤੇ ਇਹ ਇਸ ਐਂਗਲ ਤੋਂ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਹਨੂੰ ਦੇਖਦੇ ਹੋ? ਹਾਂਜੀ, ਬਿਲਕੁਲ ਇਹ ਸਹੀ ਸਵਾਲ ਚੁੱਕਿਆ ਤੁਸੀਂ ਕਿ ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਗੱਲ ਇੰਡੀਅਨ ਹਿਸਟਰੀ ਕਾਂਗਰਸ ਦੀ ਕੀਤੀ ਹੈ ਕਿ ਉਹ ਨਿਰੋਲ ਇਤਿਹਾਸਕਾਰਾਂ ਦੀ ਇੱਕ ਜਥੇਬੰਦੀ ਹੈ, ਇੱਕ ਵੱਡੇ ਪੈਮਾਨੇ ਤੇ ਸਾਲਾਨਾ ਸਮਾਗਮ ਹੁੰਦੇ ਨੇ, ਵੱਖ-ਵੱਖ ਖਿੱਤਿਆਂ ਤੋਂ ਲੋਕ ਆਉਂਦੇ ਨੇ। ਇਹ ਕਿਉਂਕਿ ਪਹਿਲੀ ਕਾਂਗਰਸ ਸੀਗੀ ਸਿੱਖ ਹਿਸਟਰੀ ਕਾਂਗਰਸ, ਤੇ ਸਾਡੇ ਵਾਸਤੇ ਇਤਿਹਾਸ ਤੇ ਮਿਥਿਹਾਸ ਜਿਹੜਾ ਅਜੇ ਵੀ ਰਲਗੱਡ ਕਾਫੀ ਚੱਲਿਆ ਹੁੰਦਾ, ਤੇ ਇਹਨੂੰ ਜੇ ਸਫਲ ਹੋਣਾ, ਮੈਂ ਕਹਾਂ ਕਿ ਜੇ 47 ਪਰਚੇ ਇਹਦੇ ਵਿੱਚ ਪੜ੍ਹੇ ਗਏ ਨੇ ਤੇ ਸਿਰਫ 15 ਹੀ ਇਤਿਹਾਸਕਾਰ, 15-16 ਇਤਿਹਾਸਕਾਰ ਹੋਣਗੇ, ਤੇ ਅੱਧ ਤੋਂ ਵੀ ਘੱਟ ਜਿਹੜੀ ਗਿਣਤੀ ਆ, ਤੀਸਰਾ ਹਿੱਸਾ ਵਾ ਉਹ ਕਹਿ ਲਈਏ ਕਿ ਇਤਿਹਾਸਕਾਰਾਂ ਦੀ ਹੈ। ਇਹ ਗਿਣਤੀ ਜਿਹੜੀ ਹੈ ਇਤਿਹਾਸਕਾਰਾਂ ਦੀ ਵਧਣੀ ਚਾਹੀਦੀ ਹੈ, ਬਾਕੀਆਂ ਦੀ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ, ਔਰ ਲੇਕਿਨ ਇਤਿਹਾਸਕਾਰਾਂ ਜਿਹੜੇ ਸਿੱਖੀ ਦੇ ਮਸਲੇ ਅਸਲੀ ਹੈਗੇ ਨੇ, ਜਿਹੜੇ ਸਵਾਲ ਅੱਜ ਵੀ ਖਲੋਤੇ ਨੇ, ਉਹ ਅਸਲ ਵਿੱਚ ਇਤਿਹਾਸਕਾਰਾਂ ਨੇ ਹੀ ਉਹਨਾਂ ਨੂੰ ਸਹੀ ਕਰਨਾ, ਉਹ ਦੂਸਰਿਆਂ ਦੇ ਕਿਸੇ ਵੇਲੇ ਹੱਥ ਵੱਸ ਨਹੀਂ ਹੁੰਦਾ। ਇਸ ਕਰਕੇ ਮੈਂ ਜ਼ੋਰ ਦੇਵਾਂਗਾ ਕਿ ਅਗਲੀਆਂ ਹਿਸਟਰੀ ਆਪਣੀਆਂ ਸਿੱਖ ਹਿਸਟਰੀ ਕਾਂਗਰਸਾਂ ਹੋਣ ਤੇ ਉਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਇਤਿਹਾਸਕਾਰਾਂ ਦੀ ਜ਼ਿਆਦਾ ਹੋਵੇ। ਇੱਕ ਵੱਡੀ ਗੱਲ ਵੀ ਆ ਜਾਂਦੀ ਹੈ ਕਿ ਇੱਕ ਵੇਖੋ ਜੀ, ਸਾਡੀ ਇਤਿਹਾਸਕਾਰੀ ਦੇ ਵਿੱਚ ਇੱਕ ਤਾਂ ਸਿੱਖਾਂ ਨੇ ਆਪਣੀ ਇਤਿਹਾਸਕਾਰੀ ਕੀਤੀ ਹੈ ਲੇਕਿਨ ਘੱਟ ਕੀਤੀ ਹੈ, ਲੇਕਿਨ ਦੂਸਰਿਆਂ ਨੇ ਜ਼ਿਆਦਾ ਕੀਤੀ। ਉਹ ਭਾਵੇਂ ਅੰਗਰੇਜ਼ ਰਹੇ ਹੋਣ 19ਵੀਂ ਸਦੀ ਦੇ ਵਿੱਚ ਜਾਂ 20ਵੀਂ ਸਦੀ ਦੇ ਵਿੱਚ, ਜਾਂ ਜਿਨ੍ਹਾਂ ਨੂੰ ਕਹਿ ਸਕਦੇ ਕਿ ਨੌਨ ਸਿੱਖ, ਉਹ ਮੈਨੂੰ ਵੀ ਉਹਦੇ ਵਿੱਚ ਹੀ ਗਿਣ ਲੈਂਦੇ ਨੇ, ਤੇ ਉਹ ਭਾਵੇਂ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਡੀ ਤੁਲਨਾਤਮਕ ਇੱਕ ਦ੍ਰਿਸ਼ਟੀਕੋਣ ਹੈ ਉਹ ਜ਼ਰੂਰੀ ਹੋ ਜਾਂਦਾ ਹੈ। ਇੱਕ ਤਾਂ ਤੁਹਾਡਾ ਵਿਵੇਕੀ ਪੱਖ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ, ਕਿਉਂਕਿ ਹਿਸਟੋਰੀਕਲ ਡਿਸਿਪਲਿਨ ਜਿਹੜਾ ਨਾ, ਇਹ ਹੈ ਹੀ ਬੜਾ ਕ੍ਰਿਟੀਕਲ ਡਿਸਿਪਲਿਨ ਹੈ, ਔਰ ਇਹਦੇ ਵਾਸਤੇ ਇਹ ਜ਼ਰੂਰੀ ਨਹੀਂ ਕਿ ਅੰਤਮ ਸੱਚ ਹੀ ਹੁੰਦਾ। ਕਿਸੇ ਵੀ ਇਤਿਹਾਸਕਾਰ ਨੇ ਕਹਿ ਦਿੱਤਾ ਅੰਤਮ ਸੱਚ ਕੁਝ ਨਹੀਂ ਹੁੰਦਾ। ਉਹ ਹਰ ਹਿਸਟੋਰੀਅਨ ਆਪਣੇ ਫਰਾਂਸੀਸੀ ਹਿਸਟੋਰੀਅਨ ਸੀ ਮਾਰਕ ਬਲੌਕ, ਉਹ ਕਹਿੰਦਾ ਕਿ ਇਤਿਹਾਸ ਜਿਹੜਾ ਨਾ ਹਰ 10 ਸਾਲ ਬਦਲਦਾ ਰਹਿੰਦਾ, ਬਾਅਦ ਬਦਲਦਾ। ਮੈਂ ਇਹ ਆਪਾਂ ਨਾ ਵੀ ਮੰਨੀਏ, ਲੇਕਿਨ 50 ਸਾਲਾਂ ਦੇ ਵਿੱਚ ਇੱਕ ਵੱਖਰੀ ਇੰਟਰਪ੍ਰੀਟੇਸ਼ਨ ਆਉਣੀ ਹੁੰਦੀ ਹੈ, ਤੇ ਇਸ ਕਰਕੇ ਇਤਿਹਾਸ ਕਦੀ ਵੀ, ਇਤਿਹਾਸਕਾਰੀ ਜਾਂ ਤੱਥ ਜਿਹੜੇ ਨੇ ਉਹ ਕੁਝ ਤਾਂ ਐਬਸੋਲੂਟ ਹੋ ਸਕਦੇ ਨੇ, ਲੇਕਿਨ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਹਮੇਸ਼ਾ ਬਦਲਦੀ ਰਹੇਗੀ, ਤੱਥ ਵੀ ਨਵੇਂ ਆਉਂਦੇ ਰਹਿਣਗੇ। ਇਸ ਕਰਕੇ ਮੈਂ ਕਹਿੰਦਾ ਕਿ ਇਹ ਚੰਗੀ ਸ਼ੁਰੂਆਤ ਸੀ, ਇਹ ਕਾਮਯਾਬ ਕਾਂਗਰਸ ਸਾਬਤ ਹੋਈ ਹੈ, ਤੇ ਇਹਦੇ ਵਿੱਚ ਇਹਨਾਂ ਪਹਿਲੂਆਂ ਤੇ ਇਹ ਸਾਰਿਆਂ ਪ੍ਰਬੰਧਕਾਂ ਨੂੰ ਗੌਰ ਕਰਨਾ ਚਾਹੀਦਾ ਵਾ ਕਿ ਉਹਦੇ ਵਿੱਚ ਜਿਹੜੀ ਪ੍ਰਧਾਨ ਵਾਇਸ ਹੁੰਦੀ ਹੈ ਨਾ, ਇੱਕ ਡੋਮੀਨੈਂਟ ਵਾਇਸ ਜਿਹੜੀ ਆ ਉਹ ਹਿਸਟੋਰੀਅਨਸ ਦੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਦੂਸਰਿਆਂ ਦੀ ਸ਼ਿਰਕਤ ਨਹੀਂ ਹੋਣੀ ਚਾਹੀਦੀ, ਜ਼ਰੂਰ ਹੋਣੀ ਚਾਹੀਦੀ ਹੈ। ਸਾਡੇ ਜ਼ਿਆਦਾਤਰ ਇਤਿਹਾਸਕਾਰੀ ਆ ਉਹ ਬਹੁਤ ਸਾਰੇ ਪੱਖਾਂ ਤੋਂ ਕੀਤੀ ਗਈ ਆ, ਉਹ ਕੁਝ ਐਡਮਿਨਿਸਟ੍ਰੇਟਰਾਂ ਨੇ ਵੀ ਕੀਤੀ ਆ, ਸਿੱਖ ਐਡਮਿਨਿਸਟ੍ਰੇਟਰਾਂ ਨੇ ਵੀ, ਖੁਸ਼ਵੰਤ ਸਿੰਘ ਨੇ ਵੀ ਕੀਤੀ ਆ, ਉਹ ਵੀ ਬੇਸਿਕਲੀ ਇਤਿਹਾਸਕਾਰ ਨਹੀਂ ਸੀ, ਜਰਨਲਿਸਟ ਸੀਗਾ, ਲੇਕਿਨ ਵਧੀਆ ਇਤਿਹਾਸਕਾਰੀ ਕੀਤੀ ਆ। ਔਰ ਜਿਹੜੇ ਪੰਜਾਬੀ ਸਾਹਿਤ ਦੇ ਸਾਹਿਤਕਾਰ ਨੇ, ਉਹਨਾਂ ਨੇ ਵੀ ਬਹੁਤ ਵੱਡੀਆਂ ਇਹਦੇ ਵਿੱਚ ਫੌਜ ਦੇ ਜਿਹੜੇ ਜਰਨਲ ਹੈ ਉਹਨਾਂ ਨੇ ਵੀ ਕੀਤੀ ਹੈ ਕਈਆਂ ਨੇ। ਹਾਂਜੀ, ਬਿਲਕੁਲ ਕੀਤੀ ਹੈ, ਲੇਕਿਨ ਉਹ ਇਤਿਹਾਸਕਾਰੀ ਨਹੀਂ ਕਰਦੇ, ਉਹ ਇਤਿਹਾਸ ਬਣਾਉਂਦੇ ਨੇ। ਉਹਨਾਂ ਨੇ ਵੀ ਗੱਲਾਂ ਕੀਤੀਆਂ ਨੇ। ਉਹ ਆਪਾਂ ਇਤਿਹਾਸ ਜਿਹੜਾ ਕਹਿੰਦੇ ਨੇ ਫੌਜ ਦਾ, ਮਿਲਟਰੀ ਹਿਸਟਰੀ ਇੱਕ ਵੱਖਰਾ ਡਿਸਿਪਲਿਨ ਵੀ ਹੈਗਾ ਵਿਦਨ ਹਿਸਟਰੀ, ਉਹਦੇ ਤੇ ਵੀ ਗੱਲਾਂ ਹੋਣੀਆਂ ਚਾਹੀਦੀਆਂ ਨੇ। ਲੇਕਿਨ ਜਿਹੜੀ ਓਵਰਆਲ ਜਿਹੜੀ ਇਤਿਹਾਸ ਹੈ ਸਿੱਖਾਂ ਦਾ, ਉਹ ਬਹੁਤ ਹੀ ਵਸੀਹ ਹੈ, ਉਹ ਬਹੁਤ ਬਹੁਪੱਖੀ ਹੈ, ਔਰ ਉਹ ਪੱਖਾਂ ਤੋਂ ਇਹ ਸਮਾਜਿਕ ਇਨਕਲਾਬ ਸੀਗਾ। ਬੇਸਿਕਲੀ it was a social revolution which became a kind of through political turmoil of the 18th century. It led to the kind of political power ਜਿਹੜੀ ਹੈ, ਉਹ ਪਾਵਰ ਦੇ ਨਾਲ ਕਿਹੜੀਆਂ ਪਰੇਸ਼ਾਨੀਆਂ ਜੁੜੀਆਂ ਹੋਈਆਂ ਨੇ, ਕਿਸੇ ਵੀ ਵਰਤਾਰਾ ਉਹਦੇ ਵਿੱਚ ਆਉਂਦੀਆਂ ਨੇ। ਸਿੱਖ ਧਰਮ ਵਿੱਚ ਉਹ ਸਾਰਾ ਵਰਤਾਰਾ ਸਾਨੂੰ ਸਾਹਮਣੇ ਆਉਂਦਾ। ਇਸ ਕਰਕੇ ਇਹਦਾ ਨਿਰੀਖਣ ਔਰ ਸੋਚ ਸਮਝ ਕੇ ਕਰਨਾ ਚਾਹੀਦਾ, ਔਰ ਨਿਰਣੇ ਕੋਈ ਵੀ ਆਖਰੀ ਨਹੀਂ ਹੁੰਦੇ, ਇਹਨਾਂ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ। ਇੱਥੇ ਸਾਡਾ ਸਮਾਂ ਸਮਾਪਤ ਹੁੰਦਾ ਪ੍ਰੋਗਰਾਮ ਦਾ। ਪ੍ਰੋਫੈਸਰ ਸਾਹਿਬ, ਆਖਰੀ ਕੋਈ ਤੁਸੀਂ ਗੱਲ ਇਹਦੇ ਵਿੱਚ ਕਹਿਣੀ ਹੋਵੇ ਤਾਂ?
ਵੇਖੋ ਆਖਰੀ ਤਾਂ ਮੈਂ ਕਹਿੰਦਾ ਕਿ ਇਤਿਹਾਸ ਵਿੱਚ ਜਾਂ ਮਨੁੱਖੀ ਵਰਤਾਰੇ ਵਿੱਚ ਆਖਰੀ ਕੁਝ ਨਹੀਂ ਹੁੰਦਾ। ਇਹ ਚੱਲਦਾ ਰਹਿਣ ਵਾਲਾ ਇੱਕ ਕਰਮ ਹੁੰਦਾ ਹੈ, ਜਿਹੜਾ ਇਹਦੇ ਜਦੋਂ ਜਦੋਂ ਆਪਾਂ ਚੱਲਦੇ ਰਹਿੰਦੇ ਹਾਂ, ਨਵੀਆਂ ਸੋਚ ਜਿਹੜੀਆਂ ਨੇ ਸਾਨੂੰ ਨਵੀਂ ਉਹ ਆਉਂਦੀ ਰਹਿੰਦੀ ਹੈ ਤੇ ਨਵੀਆਂ ਪੈੜਾਂ ਹੁੰਦੀਆਂ ਰਹਿੰਦੀਆਂ ਨੇ। ਇਹ ਵੱਡਾ ਕਦਮ ਸੀਗਾ। ਮੈਂ ਇਹ ਕਹਾਂਗਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਸ਼ੁਰੂਆਤ ਹੋਈ ਹੈ। ਇਹ ਚੰਗੀ ਇਸੇ ਤਰੀਕੇ ਦਾ ਹੁੰਦੀ ਰਵੇ ਤਾਂ ਇਹ ਕੁਝ ਸਾਲਾਂ ਵਿੱਚ ਜਾਂ ਕੁਝ ਦਹਾਕਿਆਂ ਵਿੱਚ, ਮੈਂ ਕਹਾਂਗਾ 10 ਸਾਲਾਂ ਵਿੱਚ, ਇੱਕ ਵੱਖਰੀ ਨਵੀਂ ਕਿਸਮ ਦਾ ਇੱਕ ਸਿੱਖ ਇਤਿਹਾਸ ਦੀ ਸੋਚ ਜਿਹੜੀ ਆ ਉਹ ਸਾਹਮਣੇ ਆਏਗੀ। ਜਿਹੜਾ ਬਹੁਤ ਸਾਡੇ ਲੱਗੇ ਹੋਏ ਨੇ ਮਿੱਥਿਆਵਾਂ ਬਣੀਆਂ ਹੋਈਆਂ ਨੇ, ਉਹ ਸ਼ਾਇਦ ਉਹਨਾਂ ਤੋਂ ਆਪਾਂ ਛੁਟਕਾਰਾ ਪਾ ਸਕਾਂਗੇ। ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਸ ਪ੍ਰੋਗਰਾਮ ਦੇ ਬਾਰੇ, ਇਸ ਗੱਲਬਾਤ ਦੇ ਬਾਰੇ, ਜਿਹੜੀ ਪਹਿਲੀ ਸਿੱਖ ਕਾਂਗਰਸ ਹੋਈ ਆ ਉਹਦੇ ਬਾਰੇ ਤੁਹਾਡੀ ਕੋਈ ਰਾਏ ਹੋਵੇ, ਤੁਹਾਡੀ ਕੋਈ ਟਿੱਪਣੀ ਹੋਵੇ, ਤਾਂ ਤੁਸੀਂ ਜ਼ਰੂਰ ਸਾਡੇ ਫੇਸਬੁੱਕ ਪੇਜ ਉੱਤੇ ਜਾ ਕੇ ਕਰ ਸਕਦੇ ਹੋ, ਜਾਂ ਤੁਸੀਂ YouTube ਦਾ ਜਿਹੜਾ ਕਮੈਂਟ ਬਾਕਸ ਹੈ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।